ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੇ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰਾਂ ਦੀ ਅਪਾਰ ਰਹਿਮਤ ਨਾਲ ਗੁਰਦੇਵ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਜੁੜ ਬੈਠਣ ਦਾ ਇਹ ਪਾਵਨ ਸਮਾਂ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 7ਵੀਂ ਜੋਤ ਦੇ ਮਾਲਕ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਹੈ। ਸਾਧ ਸੰਗਤ, ਗੁਰੂ ਮਹਾਰਾਜ ਜੀ ਦੇ ਪਾਵਨ ਜੀਵਨ ਦੇ ਇਤਿਹਾਸ ਦੀ ਵਿਚਾਰ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਸਾਰੇ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੀਰਤਪੁਰ ਦੀ ਮੁਬਾਰਕ ਧਰਤੀ ਹੈ। ਪਿਤਾ ਬਾਬਾ ਗੁਰਦਿੱਤਾ ਜੀ, ਮਾਤਾ ਜੀ ਦੇ ਨਾਮ ਦੇ ਲਾ ਇਤਿਹਾਸ ਨੇ 2-3 ਨਾਮ ਵਰਤੇ ਨੇ, ਪਰ ਜਦੋਂ ਪੁਰਾਤਨ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਮਾਤਾ ਨਿਹਾਲ ਕੌਰ ਜੀ ਜਾਂ ਅਨੰਤੀ ਜੀ ਨਾਮ ਆਇਆ ਹੈ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ 5 ਬੱਚੇ ਔਰ 1 ਬੱਚੀ ਨੇ ਜਨਮ ਲਿਆ। ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਜੀ। ਗੁਰਦਿੱਤਾ ਜੀ ਤੋਂ ਬਾਅਦ ਅਣੀ ਰਾਏ ਜੀ, ਅਟਲ ਜੀ, ਸੂਰਜਮਲ ਜੀ ਔਰ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਇੱਕੋ ਬੱਚੀ ਸੀ ਦਾ ਨਾਮ ਬੀਬੀ ਵੀਰੋ ਜੀ ਹੈ। ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦੇ ਅੱਗੇ 2 ਬੱਚੇ ਹੋਏ ਨੇ, ਵੱਡੇ ਬਾਬਾ ਧੀਰਮਲ ਜੀ, ਛੋਟੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ, ਜੋ 1630 ਦੇ ਅੰਦਰ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਗੁਰੂ ਪਾਤਸ਼ਾਹ ਦੀ ਆਰਬਲਾ ਜੋ ਦੇਖਦੇ ਹਾਂ ਤੇ ਤਕਰੀਬਨ 31 ਸਾਲ ਹੈ। ਸਾਰੀ ਹਯਾਤੀ ਉਹਨਾਂ ਨੇ 31 ਸਾਲ ਗੁਜ਼ਾਰੀ ਹੈ। ਔਰ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਬਹੁ ਪੱਖੀ ਜੀਵਨ ਦੇ ਵਿੱਚੋਂ ਜਦੋਂ ਕੁਦਰਤ ਦੀ ਗੱਲ ਕਰਦੇ ਹਨ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤੇ ਸਨ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਗੁਰਦੇਵ ਪਾਤਸ਼ਾਹ ਨੇ ਜਿਸ ਕੁਦਰਤ ਦੀ ਗੱਲ ਕੀਤੀ, ਉਸੇ ਕੁਦਰਤ ਦੀ ਗੱਲ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਕਰਦੇ ਨੇ। ਇੱਕ ਗੱਲ ਮੈਂ ਆਪ ਤੋਂ ਜਿਹਨ ਦੇ ਵਿੱਚ ਦੱਸਦੇ ਹਾਂ ਕਿ ਸਾਧ ਸੰਗਤ, ਅੱਜ ਹਰਿਤ ਕ੍ਰਾਂਤੀ ਦੀ ਗੱਲ ਕੀਤੀ ਜਾਂਦੀ ਹੈ, ਪਰਿਆਵਰਣ ਦਿਵਸ ਦੀ ਗੱਲ ਕੀਤੀ ਜਾਂਦੀ ਹੈ, ਪਰ ਅਸਲ ਇਹ ਦੇਣ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ। ਇੱਕ ਵਿਦਵਾਨ ਨੇ ਇਹ ਗੱਲ ਲਿਖੀ ਸੀ, ਉਹ ਆਖਣ ਲੱਗਾ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਆਖਣ ਲੱਗਾ ਰੱਬ ਇੱਕ ਗੁੰਝਲਦਾਰ ਬੁਝਾਰਤ ਹੈ, ਰੱਬ ਨੂੰ ਸਮਝਿਆ ਨਹੀਂ ਜਾ ਸਕਦਾ। ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਭੇਦ ਇਸ ਦੇ ਕਾਫਰ ਹੋ ਜਾਏ ਬੰਦਾ। ਜੇ ਰੱਬ ਦੇ ਭੇਦ ਨੂੰ ਜਾਣਿਆ ਜਾਏ ਤੇ ਮਨੁੱਖ ਕਾਫਰ ਹੋ ਜਾਏ। ਤੇ ਭਾਈ ਵੀਰ ਸਿੰਘ ਜੀ ਨੇ ਇਹਨਾਂ ਦਾ ਜਵਾਬ ਦਿੱਤਾ ਸੀ। ਉਹ ਆਖਣ ਲੱਗੇ, ਨਾ ਰੱਬ ਗੁੰਝਲਦਾਰ ਬੁਝਾਰਤ, ਨਾ ਰੱਬ ਗੋਰਖ ਧੰਦਾ, ਕੁਦਰਤ ਦੇ ਵਿੱਚ ਕਾਦਰ ਵਸਦਾ ਕਦਰ ਨਾ ਜਾਣੇ ਬੰਦਾ। ਉਹ ਰੱਬ ਤੇ ਕੁਦਰਤ ਦੇ ਵਿੱਚ ਵਸਦਾ ਹੈ, ਜਿਸ ਨੂੰ ਗੁਰੂ ਅੰਗਦ ਦੇਵ ਮਹਾਰਾਜ ਆਖਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ।
ਉਹ ਰੱਬ ਤੇ ਕੁਦਰਤ ਦੇ ਵਿੱਚ ਵਸਦਾ ਹੈ। ਉਹ ਮਾਲਕ ਜਰੇ ਜਰੇ ਦੇ ਵਿੱਚ ਮੌਜੂਦ ਹੈ। ਜਿਸ ਕੁਦਰਤ ਦੀ ਗੱਲ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ, ਅਸੀਂ ਕਈ ਵਾਰ ਇਸ ਜੀਵਨ ਘਟਨਾ ਨੂੰ ਗੁਰੂ ਪਾਤਸ਼ਾਹ ਜੀ ਦੀ ਬਿਆਨ ਕਰਦੇ ਹਾਂ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਗ ਦੇ ਵਿੱਚ ਤੁਰੇ ਜਾ ਰਹੇ ਸਨ। ਪਿੱਛੇ ਪਿੱਛੇ ਬਾਲਕ ਰੂਪ ਦੇ ਵਿੱਚ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਲੰਘ ਰਹੇ ਸਨ। ਉਹਨਾਂ ਦੇ ਦਾਮਨ ਦੇ ਨਾਲ, ਉਹਨਾਂ ਦੇ ਚੋਲੇ ਦੇ ਨਾਲ ਅੜ ਕੇ ਇੱਕ ਫੁੱਲ ਟੁੱਟ ਪਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪੋਤਰੇ ਨੂੰ ਇਹ ਗੱਲ ਕਹੀ ਸੀ, ਧਰਮੀ ਜੋੜਨ ਆਉਂਦੇ ਨੇ, ਤੋੜਨਾ ਅਧਰਮੀਆਂ ਦਾ ਕਰਮ ਹੈ। ਇੱਕ ਜੇ ਫੁੱਲ ਟੁੱਟਾ ਤੇ ਮਹਾਰਾਜ ਆਖਣ ਲੱਗੇ ਧਰਮੀ ਜੋੜਨ ਆਂਦਾ, ਤੋੜਨ ਨਹੀਂ। ਤੇ ਪਾਤਸ਼ਾਹ ਨੇ ਹਾਲਾਂਕਿ ਉਹ ਫੁੱਲ ਆਪ ਤੋੜਿਆ ਨਹੀਂ ਸੀ, ਸੁਭਾਵਕ ਟੁੱਟ ਗਿਆ ਸੀ ਤੇ ਸਾਰਾ ਜੀਵਨ ਉਹਨਾਂ ਨੇ ਆਪਣੇ ਚੋਲੇ ਨੂੰ, ਦਾਮਨ ਨੂੰ ਸੰਕੋਚ ਲਿਆ ਸੀ। ਮੈਂ ਇਹ ਬੇਨਤੀ ਤਾਂ ਕਰ ਰਿਹਾ ਕਿਉਂਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਸ ਕੁਦਰਤ ਦੀ ਗੱਲ ਕੀਤੀ ਸੀ ਨਾ, ਉਸ ਕੁਦਰਤ ਦੀ ਗੱਲ ਹੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਕਰਦੇ ਨੇ। ਔਰ ਉਸ ਕੁਦਰਤ ਦੇ ਨਾਲ ਅੱਜ ਇਤਨਾ ਖਿਲਵਾੜ ਹੋ ਰਿਹਾ ਹੈ। ਮੈਨੂੰ ਮਾਫ ਕਰ ਦੇਣਾ, ਡੈਕੋਰੇਸ਼ਨ ਦੇ ਨਾਮ ਦੇ ਉੱਪਰ ਜੋ ਕੁਦਰਤ ਦੇ ਨਾਲ ਖਿਲਵਾੜ ਹੁੰਦਾ ਹੈ। ਕਬੀਰ ਸਾਹਿਬ ਦੇ ਬੜੇ ਪਿਆਰੇ ਬਚਨ ਨੇ, ਉਹ ਆਖਦੇ ਨੇ ਕਿ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਹਰ ਇੱਕ ਪੱਤੇ ਦੇ ਵਿੱਚ, ਹਰ ਇੱਕ ਫੁੱਲ ਦੇ ਵਿੱਚ ਉਹ ਰੱਬ ਵਸਦਾ ਹੈ। ਕਬੀਰ ਸਾਹਿਬ ਆਖਦੇ ਨੇ ਕਿ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਕਹਿੰਦੇ ਕਿ ਨਿਰਜਿੰਦ ਦੀ ਪੂਜਾ ਲਈ ਸਰਜਿੰਦ ਨੂੰ ਤੋੜਿਆ ਜਾ ਰਿਹਾ ਹੈ, ਉਹਨੂੰ ਮੁਕਾਇਆ ਜਾ ਰਿਹਾ, ਉਹਨੂੰ ਖਤਮ ਕੀਤਾ ਜਾ ਰਿਹਾ ਹੈ। ਤੇ ਇੱਥੇ ਹੀ ਬਸ ਨਹੀਂ, ਕਬੀਰ ਸਾਹਿਬ ਆਖਦੇ ਨੇ ਕਿ ਬ੍ਰਹਮ ਪਾਤੀ, ਬ੍ਰਹਮਾ ਮਾਨੋ ਇੱਕ ਪੱਤੀ ਦੀ ਤਰ੍ਹਾਂ ਹੈ। ਵਿਸ਼ਨ ਡਾਰੀ, ਜਿਹੜੀ ਡਾਲੀ ਹੈ ਉਹ ਵਿਸ਼ਨੂੰ ਹੈ। ਫੂਲ ਸ਼ੰਕਰ ਦਿਓ, ਜਿਹੜਾ ਫੁੱਲ ਹੈ ਉਹ ਸ਼ੰਕਰ ਹੈ। ਤਿੰਨੋਂ ਦੇਵਤਿਆਂ ਦੀ, ਜਿਹਨੂੰ ਇਤਿਹਾਸ ਕਹਿੰਦਾ ਹੈ, ਸਨਾਤਨ ਧਰਮ ਕਹਿੰਦਾ ਹੈ ਕਿ ਇੱਕ ਸੰਸਾਰੀ, ਇੱਕ ਭੰਡਾਰੀ ਕਲਾਈ ਦੀ ਬਾਣ, ਸ੍ਰਿਸ਼ਟੀ ਨੂੰ ਇਹ ਚਲਾਉਣ ਵਾਲੇ ਨੇ। ਕਬੀਰ ਸਾਹਿਬ ਆਖਦੇ ਨੇ ਕਿ ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ, ਤੀਨ ਦੇਵ ਪ੍ਰਤੱਖ ਤੋਰੈ। ਤਿੰਨਾਂ ਦੇਵਤਿਆਂ ਨੂੰ ਤੇ ਤੂੰ ਤੋੜ ਲਿਆ, ਕਰੇ ਕਿਸ ਕੀ ਸੇਵ, ਫਿਰ ਸੇਵਾ ਕਿਸ ਦੀ ਕਰਦਾ ਹੈ। ਇਸ ਢੰਗ ਦੇ ਨਾਲ ਤੈਨੂੰ ਰੱਬ ਦੀ, ਤੈਨੂੰ ਗੁਰੂ ਦੀ ਖੁਸ਼ੀ ਮਿਲ ਜਾਏਗੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਪਰ ਮੌਜੂਦ ਸਨ। ਲੋਕੀ ਬੜੀ ਤਾਦਾਦ ਦੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਜਾ ਕੇ ਨਤਮਸਤਕ ਹੁੰਦੇ ਨੇ। ਤੇ ਇੱਕ ਫਕੀਰ ਆਇਆ, ਤੇ ਫਕੀਰਾਂ ਦੇ ਕੋਲ ਬਹੁਤੀ ਵਾਰ ਜੇਬ ਨਹੀਂ ਹੁੰਦਾ। ਉਹ ਫਕੀਰ ਆਇਆ, ਸੋਚਿਆ ਕਿ ਮੈਂ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦੀਦਾਰ ਕਰਨੇ ਆ, ਪਰ ਦੇਖਦਾ ਹੈ ਗੁਰਦੇਵ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ, ਲੋਕੀ ਜਾ ਕੇ ਕੀਮਤੀ ਤੋਂ ਕੀਮਤੀ ਵਸਤੂਆਂ ਭੇਟਾਂ ਕਰ ਰਹੇ ਨੇ, ਦੁਸ਼ਾਲੇ ਭੇਟਾਂ ਕਰ ਰਹੇ ਨੇ, ਹੋਰ ਬੜੀਆਂ ਵਸਤੂਆਂ ਭੇਟਾਂ ਕਰ ਰਹੇ ਨੇ। ਫਕੀਰ ਦੇ ਮਨ ਚ ਆਇਆ ਮੈਂ ਵੀ ਕੁਝ ਰੱਖ ਕੇ ਅੱਗੇ ਮੱਥਾ ਟੇਕਾਂ, ਪਰ ਪੱਲੇ ਕੁਝ ਨਹੀਂ। ਉਸ ਫਕੀਰ ਨੇ ਬਾਹਰ ਬਾਗ ਦੇ ਵਿੱਚੋਂ ਇੱਕ ਫੁੱਲ ਤੋੜਿਆ, ਪਸੰਦ ਨਹੀਂ ਆਇਆ, ਸੋਚਿਆ ਕਿ ਇਹ ਪਤਾ ਨਹੀਂ ਚੰਗਾ ਹੈ ਕਿ ਨਹੀਂ। ਦੂਸਰਾ ਤੋੜਿਆ, ਉਹ ਵੀ ਚੰਗਾ ਨਾ ਲੱਗਾ। 3 4 5 7 ਫੁੱਲ ਤੋੜੇ। ਇੱਕ ਫੁੱਲ ਫਿਰ ਇਕੱਠਾ ਕਰਕੇ ਮਹਾਰਾਜ ਦੇ ਚਰਨਾਂ ਦੇ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਫੁੱਲ ਰੱਖ ਕੇ ਮੱਥਾ ਟੇਕਿਆ ਉਸਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕੋ ਗੱਲ ਕਹੀ, ਕਹਿਣਗੇ ਫਕੀਰ ਜੀ ਫੁੱਲ ਕਿਉਂ ਤੋੜਿਆ। ਫਕੀਰ ਨੇ ਆਖਿਆ ਸੁਭਾਵਿਕ ਗੁਰੂ ਪਾਤਸ਼ਾਹ, ਮੈਂ ਦੇਖਿਆ ਸੰਗਤਾਂ ਆ ਕੇ ਕੁਝ ਨਾ ਕੁਝ ਭੇਟਾ ਕਰ ਰਹੀਆਂ ਸਨ। ਮੈਂ ਸੋਚਿਆ ਮੈਂ ਵੀ ਖਾਲੀ ਹੱਥ ਕਿਉਂ ਜਾਵਾਂ, ਮੈਂ ਵੀ ਕੁਝ ਲੈ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਭੇਟਾ ਰੱਖਾਂ। ਮਹਾਰਾਜ ਆਖਣ ਲੱਗੇ ਤੁਸੀਂ ਖਾਲੀ ਹੱਥ ਆ ਜਾਂਦੇ, ਅਸੀਂ ਤੇ ਹਿਰਦੇ ਨੂੰ ਦੇਖਣਾ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਤੇ ਪ੍ਰੇਮ ਦਾ ਭੁੱਖਾ ਹੈ। ਭਾਵਨੀ ਭਗਤ ਭਾਏ ਕੋਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜਿਸ ਗੱਲ ਦੀ ਗੱਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰਦੇ ਨੇ
ਉਸੇ ਨੂੰ ਦੱਸੇ ਜਾਮਿਆਂ ਦੇ ਅੰਦਰ ਭਾਵੇਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਭਾਵੇਂ ਕਲਗੀਧਰ ਪਾਤਸ਼ਾਹ ਨੇ ਉਸ ਕੁਦਰਤ ਦੀ ਗੱਲ ਕਰਦੇ ਨੇ। ਤੇ ਕੇਵਲ ਇੱਕ ਬਾਹਰੀ ਫੁੱਲ ਦੀ ਗੱਲ ਨਹੀਂ ਕੀਤੀ ਮਹਾਰਾਜ ਨੇ। ਇਤਿਹਾਸਕਾਰ ਇਹ ਲਿਖਦੇ ਨੇ ਕਿ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਕੀਰਤਪੁਰ ਦੀ ਧਰਤੀ ਉੱਪਰ 52 ਬਾਗ ਲਗਾਏ ਸਨ। ਮਾਲੀ ਰੱਖੇ ਗਏ, ਉਹਨਾਂ ਦੀ ਦੇਖਭਾਲ ਲਈ, ਉਹਨਾਂ ਦੀ ਸਾਰੀ ਦੇਖ ਰਖਾਵਟ ਵਾਸਤੇ ਹਜ਼ਾਰਾਂ ਦਰਖਤ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਨੇ ਲਾਏ। ਤੇ ਕੀਰਤਪੁਰ ਦੀ ਧਰਤੀ ਜਦੋਂ ਫੁੱਲਾਂ ਦੀ ਸੁਗੰਧੀ ਦੇ ਨਾਲ ਮਹਿਕਦੀ ਸੀ, ਮਾਨੋ ਸਵਰਗ ਕੀਰਤਪੁਰ ਬਣ ਗਿਆ ਹੈ। ਮਹਾਰਾਜ ਨੇ ਉਹਨਾਂ 52 ਬਾਗਾਂ ਦੇ ਵਿੱਚੋਂ ਫੁੱਲ ਟੁੱਟਣ ਨਹੀਂ ਦਿੱਤੇ। ਦਿੱਲੀ ਦਾ ਬਾਦਸ਼ਾਹ ਸ਼ਾਹਜਹਾਂ ਦਾ ਪੁੱਤਰ ਦਾਰਾ ਸ਼ਿਕੋ ਵੱਡਾ ਔਰੰਗਜ਼ੇਬ, ਵੱਡਾ ਦਾਰਾ ਸ਼ਿਕੋ ਛੋਟਾ ਔਰੰਗਜ਼ੇਬ ਹੈ। ਔਰੰਗਜ਼ੇਬ ਨੇ ਸੋਚਿਆ ਕਿ ਇਹ ਤਖਤ ਦਾ ਮਾਲਕ ਨਾ ਬਣ ਜਾਏ, ਇਸ ਲਈ ਸ਼ੇਰ ਦੀ ਮੁੱਛ ਦਾ ਬਾਲ ਦਾਰਾ ਸ਼ਿਕੋ ਨੂੰ ਖਵਾ ਦਿੱਤਾ। ਦਾਰਾ ਸ਼ਿਕੋ ਰਾਤ ਦਿਨ ਬਿਮਾਰ ਰਹਿਣ ਲੱਗ ਪਿਆ, ਮਰਨ ਦੀ ਕਗਾਰ ਦੇ ਉੱਪਰ ਆ ਗਿਆ। ਤੁਸੀਂ ਸੋਚ ਕੇ ਦੇਖੋ ਕਿ ਦਿੱਲੀ ਦਾ ਬਾਦਸ਼ਾਹ ਹੋਏ, ਉਹਨੇ ਜ਼ੋਰ ਲਾ ਲਏ ਕਿ ਕਿਸੇ ਢੰਗ ਦੇ ਨਾਲ ਉਹਦੀ ਔਲਾਦ ਬਚ ਜਾਏ, ਤੇ ਔਲਾਦ ਉਹਦੇ ਅੱਖਾਂ ਦੇ ਸਾਹਮਣੇ ਦਮ ਤੋੜ ਰਹੀ ਹੋਏ। ਤੇ ਕਿਸੇ ਨੇ ਫਿਰ ਬਾਦਸ਼ਾਹ ਸ਼ਾਹਜਹਾਂ ਨੂੰ ਗੱਲ ਕਹੀ, ਆਖਣ ਲੱਗੇ, ਬਾਦਸ਼ਾਹ ਤੇਰਾ ਬੱਚਾ ਕੇਵਲ ਇੱਕੋ ਹਾਲਾਤ ਦੇ ਵਿੱਚ ਬਚ ਸਕਦਾ ਹੈ ਜੇ ਕੀਰਤਪੁਰ ਦੀ ਧਰਤੀ ਉੱਪਰ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਦਾ ਦਵਾਖਾਨਾ ਹੈ, ਉੱਥੋਂ ਜੇ ਦਵਾਈ ਮਿਲ ਜਾਏ, ਜੜੀਆਂ ਬੂਟੀਆਂ ਮਿਲ ਜਾਣ। ਅੱਜ ਭਾਵੇਂ ਅਸੀਂ ਐਲੋਪੈਥਿਕ ਦਵਾਈਆਂ ਬਹੁਤੀਆਂ ਵਰਤਦੇ ਹਾਂ, ਪਰ ਪੁਰਾਤਨ ਸਮੇਂ ਅੰਦਰ ਜੜੀਆਂ ਬੂਟੀਆਂ ਦੇ ਨਾਲ ਹੀ ਇਲਾਜ ਹੁੰਦਾ ਸੀ। ਔਰ ਮੈਂ ਕਈ ਵਾਰ ਇਹ ਬੇਨਤੀ ਕਰਦਾ ਹਾਂ ਕਿ ਦਿੱਲੀ ਦੇ ਵਿੱਚ ਭਾਵੇਂ ਸਫਦਰਜੰਗ ਮੈਡੀਕਲ ਹੈ, ਬਾਹਰ ਤੋਂ ਸਟੇਟਾਂ ਦੇ ਲੋਕ ਆ ਕੇ ਇੱਥੇ ਆਸ ਕਰਕੇ ਆਉਂਦੇ ਨੇ ਕਿ ਸਾਡਾ ਇੱਥੇ ਇਲਾਜ ਹੋ ਜਾਏਗਾ। ਕਿ ਦਿੱਲੀ ਦੇ ਵਿੱਚ ਜੋ ਸਫਦਰਜੰਗ ਹੈ, ਭਾਵੇਂ ਉਹ ਕਿਧਰੇ ਵੀ ਸਟੇਟ ਦੇ ਵਿੱਚ ਵਸਦੇ ਹੋਣ, ਉਹਨਾਂ ਨੂੰ ਇਹ ਭਰੋਸਾ ਹੈ ਕਿ ਸਾਡਾ 1 2 4 6 ਮਹੀਨਿਆਂ ਇੱਥੇ ਇਲਾਜ ਹੋ ਜਾਏਗਾ, ਕਿਉਂਕਿ ਨਾਮ ਹੈ ਇਸ ਦਾ। ਤੁਸੀਂ ਸੋਚ ਕੇ ਦੇਖੋ ਕਿ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਦਾ ਦਵਾਖਾਨਾ ਕੀਰਤਪੁਰ ਦੀ ਧਰਤੀ ਉੱਪਰ ਹੈ, ਤੇ ਬਾਦਸ਼ਾਹ ਵੀ ਜਾਣਦਾ ਹੈ ਕਿ ਮੇਰੇ ਬੱਚੇ ਦਾ ਇਲਾਜ ਕੀਰਤਪੁਰ ਦੀ ਧਰਤੀ ਉੱਪਰੋਂ ਦਿੱਤੀ ਹੋਈ ਦਵਾਈ ਦੇ ਨਾਲ, ਉਹਨਾਂ ਜੜੀਆਂ ਬੂਟੀਆਂ ਦੇ ਨਾਲ ਹੋ ਸਕਦਾ ਹੈ, ਕਿਉਂਕਿ ਵੈਦਾਂ ਨੇ ਆਖਿਆ ਸੀ ਇਸ ਦਾ ਇਲਾਜ ਕੇਵਲ ਇਹੀ ਹੈ ਕਿ ਖਾਸ ਕਿਸਮ ਦੀ ਹਰੜ, ਲੌਂਗ ਔਰ ਅਜਮੋਤੀ, ਇਹ ਤਿੰਨਾਂ ਨੂੰ ਮਿਲਾ ਕੇ ਜੇ ਦਵਾਈ ਘਸ ਕੇ ਦਿੱਤੀ ਜਾਏ ਤੇ ਤਾਂ ਦਾਰਾ ਸ਼ਿਕੋ ਠੀਕ ਹੋ ਸਕਦਾ ਹੈ। ਫਿਰ ਆਪ ਸ਼ਾਹਜਹਾਂ ਨੇ ਚਿੱਠੀ ਲਿਖ ਕੇ ਇਹ ਬੇਨਤੀ ਕੀਤੀ ਤੇ ਮਹਾਰਾਜ ਦੇ ਦਵੇ ਖਾਨੇ ਤੋਂ ਇਹ ਤਿੰਨੋਂ ਚੀਜ਼ਾਂ ਆਈਆਂ ਸਨ ਤੇ ਦਾਰਾ ਸ਼ਿਕੋ ਠੀਕ ਹੋਇਆ। ਠੀਕ ਹੀ ਨਹੀਂ ਹੋਇਆ, ਮਹਾਰਾਜ ਦੇ ਘਰ ਦਾ ਸ਼ਰਧਾਲੂ ਬਣਿਆ ਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਗਿਆ। ਮਹਾਰਾਜ ਨੇ ਫੁੱਲ ਤੇ ਉਹ ਮਨੁੱਖਤਾ ਦਾ ਵੀ ਟੁੱਟਣ ਨਹੀਂ ਦਿੱਤਾ। ਜੇ ਇਤਿਹਾਸਕਾਰ ਆਖਦੇ ਨੇ ਕਿ ਮਾਲਵੇ ਦੀ ਧਰਤੀ ਉੱਪਰ ਅਕਾਲ ਪੈ ਗਿਆ, ਲੋਕੀ ਅੰਨ ਧਨ ਦੇ ਕਰਕੇ ਮਰ ਰਹੇ ਸਨ, ਕੁਝ ਖਾਣ ਨੂੰ ਨਹੀਂ, ਕੇਵਲ ਪਸ਼ੂ ਹੀ ਨਹੀਂ, ਮਨੁੱਖਾਂ ਨੂੰ ਖਾਣ ਨੂੰ ਕੁਝ ਨਹੀਂ ਮਿਲ ਰਿਹਾ, ਤੇ ਮਹਾਰਾਜ ਆਪ ਮਾਲਵੇ ਦੀ ਧਰਤੀ ਪਰ ਪਹੁੰਚੇ। ਉੱਥੇ ਦੇ ਧਨਾੜ ਲੋਕਾਂ ਨੂੰ ਮਿਲ ਕੇ ਮਹਾਰਾਜ ਨੇ ਲੰਗਰ ਦੇ ਪ੍ਰਬੰਧ ਕਰਵਾਏ, ਤੇ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਨੇ ਮਨੁੱਖਤਾ ਦਾ ਫੁੱਲ ਉਸ ਵੇਲੇ ਵੀ ਟੁੱਟਣ ਨਹੀਂ ਦਿੱਤਾ। ਉੱਥੇ ਦੇ ਹੀ ਮਹਾਰਾਜ ਨੂੰ ਦੀਵਾਨ ਸਜਾਏ ਰਹੇ ਸਨ। ਸਜੇ ਹੋਏ ਦੀਵਾਨਾਂ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਲਿਖਦੇ ਨੇ ਕਿ ਕਾਲੇ ਨਾਮ ਦਾ ਚੌਧਰੀ ਗੁਰਦੇਵ ਪਾਤਸ਼ਾਹ ਦੇ ਦਰਬਾਰ ਦੇ ਪਹੁੰਚਿਆ। ਸੰਗਤਾਂ ਭਰੀਆਂ ਹੋਈਆਂ ਨੇ ਦੀਵਾਨ ਦੇ ਵਿੱਚ, ਤੇ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਦੇ ਸਨਮੁਖ ਉਹ ਆਪਣੇ ਨਾਲ ਭਤੀਜਿਆਂ ਨੂੰ ਲੈ ਕੇ ਆਇਆ, ਜਿਨ੍ਹਾਂ ਦਾ ਨਾਮ ਇਤਿਹਾਸ ਨੇ ਫੂਲ ਔਰ ਸੰਦਲੀ ਕਰਕੇ ਲਿਖਿਆ। ਉਹ ਦੋਵੇਂ ਬੱਚੇ ਕਾਲੇ ਨਾਮ ਦੇ ਚੌਧਰੀ ਦੇ ਭਤੀਜੇ ਸਨ। ਪਿਤਾ ਉਹਨਾਂ ਦਾ ਚੜ੍ਹਾਈ ਕਰ ਗਿਆ। ਉਹ ਬੱਚੇ ਆਪਣੇ ਹੱਥਾਂ ਦੇ ਨਾਲ ਪੇਟ ਵਜਾਉਂਦੇ ਨੇ ਤੇ ਹੱਥ ਮੂੰਹ ਵੱਲ ਲੈ ਕੇ ਜਾਂਦੇ ਨੇ। ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਆਖਣ ਲੱਗੇ, ਕਾਲੇ ਚੌਧਰੀ ਇਹ ਬੱਚੇ ਕੀ ਕਰ ਰਹੇ ਨੇ?
ਉਹ ਚੌਧਰੀ ਕਹਿਣ ਲੱਗਾ, ਗੁਰਦੇਵ ਪਾਤਸ਼ਾਹ ਇਹ ਭੁੱਖੇ ਨੇ, ਇਹਨਾਂ ਨੂੰ ਖਾਣ ਵਾਸਤੇ ਕੁਝ ਨਹੀਂ ਹੈ। ਮਹਾਰਾਜ ਆਖਣਗੇ ਤੂੰ ਚੌਧਰੀ ਹੈ, ਤੇਰਾ ਪਰਿਵਾਰ ਹੈ ਇਤਨਾ ਵੱਡਾ, ਤੂੰ ਖਾਣ ਨੂੰ ਨਹੀਂ ਦੇ ਸਕਦਾ। ਆਖਣ ਲੱਗਾ ਗੁਰਦੇਵ ਪਾਤਸ਼ਾਹ ਇਹ ਜੀਵਨ ਦੀ ਸੱਚਾਈ ਹੈ। ਭਾਈ ਸਾਹਿਬ ਦਾ ਬੜਾ ਪਿਆਰਾ ਬਚਨ ਹੈ ਕਿ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ। ਜੋ ਮਾਂ ਬਾਪ ਕਰ ਸਕਦੇ ਨੇ ਨਾ ਮਾਫ ਕਰਨਾ, ਉਹ ਕੋਈ ਵਿਰਲੇ ਹੀ ਨੇ ਜੋ ਮਾਂ ਬਾਪ ਬਣ ਜਾਣ, ਨਹੀਂ ਤੇ ਬਹੁਤੇ ਲੋਕ ਮਾਂ ਬਾਪ ਨਹੀਂ ਬਣ ਸਕਦੇ। ਉਹ ਕਹਿਣ ਲੱਗਾ ਮੈਂ ਚਾਹਾਂ ਵੀ ਤੇ ਮੇਰੀ ਘਰ ਵਾਲੀ ਇਹਨਾਂ ਬੱਚਿਆਂ ਦੀ ਪਰਵਰਿਸ਼ ਨਹੀਂ ਕਰਨ ਦਿੰਦੀ ਮੈਨੂੰ, ਤੇ ਇਹਨਾਂ ਦਾ ਮਾਂ ਵੀ ਇਹਨਾਂ ਦਾ ਪਿਤਾ ਵੀ ਸੰਸਾਰ ਤੋਂ ਚੜ੍ਹਾਈ ਕਰ ਗਿਆ ਹੈ, ਇਹ ਤਾਂ ਭੁੱਖ ਕਰਕੇ ਪੇਟ ਬਜਾਰੇ ਨੇ। ਤੇ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕੀਤੇ ਸਨ। ਮਹਾਰਾਜ ਆਖਣ ਲੱਗੇ ਇਹ ਰਾਜ ਭਾਗ ਮਾਨਣਗੇ, ਸਤਲੁਜ ਤੋਂ ਲੈ ਕੇ ਬਿਆਸਾ ਤੱਕ ਇਹਨਾਂ ਦੇ ਘੋੜੇ ਪਾਣੀ ਪੀਆ ਕਰਨਗੇ। ਤੇ ਸਾਧ ਸੰਗਤ ਮਹਾਰਾਜ ਦੇ ਉਹ ਬਚਨ ਸੱਤ ਹੋਏ। ਜਿੰਦ ਨਾਭਾ ਔਰ ਪਟਿਆਲਾ ਉਦੋਂ ਰਾਜੇ ਨੇ ਉਹ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਉਹ ਰਾਜ ਭਾਗ ਉਹਨਾਂ ਨੇ ਮਾਣਿਆ ਸੀ। ਇਹ ਤਿੰਨੋਂ ਰਿਆਸਤਾਂ ਦੇ ਉਹ ਰਾਜੇ ਬਣੇ ਸਨ। ਜੋ ਫੂਲ ਉਲ ਸੰਦਲੀ ਦਾ ਪਰਿਵਾਰ ਹੈ, ਭਾਵੇਂ ਅੱਜ ਉਹ ਰਾਜਾ ਭੁਪਿੰਦਰ ਸਿੰਘ ਉਹਦਾ ਪਰਿਵਾਰ, ਇਹ ਬਜ਼ੁਰਗ ਨੇ। ਸੋ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਦੇਵ ਪਾਤਸ਼ਾਹ ਨੇ ਫੁੱਲ ਤੇ ਉਹ ਮਨੁੱਖਤਾ ਦਾ ਵੀ ਟੁੱਟਣ ਨਹੀਂ ਦਿੱਤਾ। ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਅੰਕਿਤ ਨਹੀਂ ਹੈ, ਪਰ ਇੱਕ ਦਿਨ ਦੀਵਾਨ ਦੇ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਰੋਜ਼ ਬਾਣੀ ਪੜ੍ਹਨ ਦਾ ਕੀ ਲਾਭ ਹੈ। ਕਈ ਵਾਰ ਮਨੁੱਖ ਸਵਾਲ ਕਰਦੇ ਨੇ ਵੀ ਰੋਜ਼ ਬਾਣੀ ਕਿਉਂ ਪੜ੍ਹੀ ਜਾਏ, ਇੱਕ ਦਿਨ ਪੜ੍ਹ ਲਈ, ਮਹੀਨਾ ਪੜ੍ਹ ਲਈ, ਸਾਲ ਪੜ੍ਹ ਲਈ। ਕਈ ਤੇ ਇੱਥੋਂ ਤੱਕ ਆਖਦੇ ਨੇ ਕਿ ਅਸੀਂ ਘਰ ਦੇ ਵਿੱਚ ਆਈ ਹੋਈ ਇੱਕ ਅਖਬਾਰ ਜੋ ਅੱਜ ਪੜ੍ਹੀ ਹੈ ਦੁਬਾਰਾ ਦੂਸਰੇ ਦਿਨ ਹੀ ਪੜ੍ਹਦੇ, ਪੁਰਾਣੀ ਹੋ ਗਈ ਹੈ। ਪਰ ਬਾਣੀ ਉਹੀ ਬਾਣੀ ਰੋਜ਼-ਰੋਜ਼ ਪੜ੍ਹੀ ਜਾਈਏ। ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਨੇ ਸਵਾਲ ਸੁਣਿਆ ਸਿੱਖਾਂ ਦਾ। ਦੀਵਾਨ ਦੇ ਚੋਂ ਬਾਹਰ ਆਏ, ਸੂਰਜ ਦੀਆਂ ਕਿਰਨਾਂ ਜਿਹੜੀਆਂ ਅਜੇ ਧਰਤੀ ਪਰ ਪੈ ਰਹੀਆਂ ਸਨ। ਮਹਾਰਾਜ ਦੀਵਾਨ ਦੇ ਚੋਂ ਬਾਹਰ ਆ ਕੇ ਸਿੱਖਾਂ ਨੂੰ ਆਖਣ ਲੱਗੇ ਸਾਹਮਣੇ ਕੋਈ ਚਮਕ ਰਿਹਾ ਹੈ, ਉਸ ਨੂੰ ਲੈ ਕੇ ਆਓ। ਇੱਕ ਸਿੱਖ ਦੌੜ ਕੇ ਗਿਆ, ਕੀ ਦੇਖਦਾ ਹੈ ਕਿ ਢੇਰ ਦੇ ਉੱਪਰ ਇੱਕ ਘੜਾ ਪੁਰਾਣਾ ਟੁੱਟਿਆ ਹੋਇਆ, ਉਹਦੀਆਂ ਠੀਕਰੀਆਂ। ਤੁਸੀਂ ਸਿਆਣੇ ਬੈਠੇ ਹੋ, ਘਰਾਂ ਦੇ ਜਦੋਂ ਦੁੱਧ ਨੂੰ ਰਿੜਕਿਆ ਜਾਂਦਾ ਹੈ, ਜਿਸ ਘੜੇ ਦੇ ਵਿੱਚ ਮਿੱਟੀ ਦੇ ਭਾਂਡੇ ਦੇ ਵਿੱਚ 2-4 ਸਾਲ ਜਦੋਂ ਉਸ ਦੇ ਵਿੱਚ ਦੁੱਧ ਨੂੰ ਦਹੀਂ ਨੂੰ ਰਿੜਕਿਆ ਜਾਏ ਨਾ, ਤੇ ਘਿਓ ਭਾਵੇਂ ਅਸੀਂ ਬਾਹਰ ਕੱਢਦੇ ਜ਼ਰੂਰ ਹਾਂ, ਕੁਝ ਘਿਓ ਦੀ ਥੰਧਿਆਈ ਉਸ ਭਾਂਡੇ ਦੇ ਵਿੱਚ ਹੀ ਸਿਮ ਜਾਂਦੀ ਹੈ। ਉਹ ਠੀਕਰੀ ਲੈ ਕੇ ਆਇਆ ਮਹਾਰਾਜ ਦੇ ਚਰਨਾਂ ਦੇ, ਆਖਣ ਲੱਗਾ ਗੁਰਦੇਵ ਪਾਤਸ਼ਾਹ ਕੋਈ ਕੀਮਤੀ ਚੀਜ਼ ਨਹੀਂ ਹੈ, ਕੋਈ ਕੀਮਤੀ ਨਹੀਂ ਹੈ। ਅਸਲ ਦੇ ਇਹ ਉਹ ਭਾਂਡਾ ਹੈ ਜਿਸ ਭਾਂਡੇ ਦੇ ਵਿੱਚ ਇੱਕ ਸਵਾਣੀ ਨੇ, ਇੱਕ ਇਸਤਰੀ ਨੇ ਬਹੁਤੇ ਸਾਲ ਦਹੀਂ ਨੂੰ ਦੁੱਧ ਨੂੰ ਰਿੜਕਿਆ। ਉਸ ਘਿਓ ਦੀ ਥੰਧਿਆਈ ਇਸ ਭਾਂਡੇ ਦੇ ਵਿੱਚ ਰਮ ਗਈ। ਸੂਰਜ ਦੀਆਂ ਕਿਰਨਾਂ ਪਈਆਂ, ਇਹ ਭਾਂਡਾ ਚਮਕ ਪਿਆ। ਬਸ ਇਹੀ ਹੈ, ਘਿਓ ਚਮਕਿਆ ਸੂਰਜ ਦੀਆਂ ਕਿਰਨਾਂ ਨਾਲ। ਮਹਾਰਾਜ ਆਖਣਗੇ ਤੁਹਾਡੇ ਸਵਾਲ ਦਾ ਜਵਾਬ ਵੀ ਬਸ ਇਹੀ ਹੈ। ਜਿਸ ਹਿਰਦੇ ਰੂਪੀ ਘਰ ਦੇ ਵਿੱਚ ਮਾਲਕ ਦੇ ਨਾਮ ਨੂੰ ਰਿੜਕਿਆ ਜਾਂਦਾ ਹੈ, ਕਬੀਰ ਸਾਹਿਬ ਆਖਦੇ ਨੇ ਕਿ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਜਿਸ ਹਿਰਦੇ ਰੂਪੀ ਘਰ ਦੇ ਵਿੱਚ ਮਾਲਕ ਦੇ ਨਾਮ ਨੂੰ ਰਿੜਕਿਆ ਜਾਂਦਾ ਹੈ, ਉਹ ਹਿਰਦਾ ਰੂਪੀ ਭਾਂਡਾ ਵੀ ਕਰੋੜਾਂ ਦੇ ਵਿੱਚ ਮਾਲਕ ਨੇ ਉਹ ਵੱਖਰਾ ਹੀ ਪਛਾਣ ਲੈਣਾ ਹੈ। ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਔਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਮੈਂ ਸੰਖੇਪ ਜੀ ਅਰਜ਼ ਕਰਾਂ, ਜਦੋਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇਹ ਬਾਣੀ ਦੀ ਪੰਕਤੀ ਚੱਲੀ, ਆਸਾ ਕੀ ਵਾਰ ਦੇ ਅੰਦਰ ਬਚਨ ਨੇ ਕਿ ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬਪੜੀ ਝੜ ਝੜ ਪਵੇ ਅੰਗਿਆਰ, ਨਾਨ ਜਿਨ ਕਰਤੈ ਕਾਰਨ ਕੀਆ ਸੋ ਜਾਣੇ ਕਰਤਾਰ। ਤੇ ਔਰੰਗਜ਼ੇਬ ਨੇ ਇਹ ਚਿੱਠੀ ਲਿਖ ਕੇ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੁਲਾਵਾ ਭੇਜਿਆ। ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ
बाबा राम राय की ड्यूटी लगाई। आखन लगे औरंगजेब के दरबार दे जाना पर बेफोक होके गुरु नानक सच्चे पातशाह का दामन पकड़ के जाना, तुहानू किसी तरह की डरन की लोड़ नहीं है। राम राय को अजमत सी, ताकत सी, करामातां सन, इहदे कोई दोहराए नहीं है। उन्होंने एक तो एक गल का जवाब दिता, पर जदों ये पंक्ति के अर्थ आए कि मिट्टी मुसलमान की पेड़ है पे घुमियार, असल दे विच गुरु नानक सच्चे पातशाह महाराज ने इन्हां पावन पंक्तियां दे समझाउण दा ये यतन किया कि शरीर जदों संसार दे चों आत्मा उडारी मार जाती है, उन्होंने शरीर नूं संभालण दी एक क्रिया है। बाबे नानक का वचन है कि एक दज्ज है, दजना तो भाव संस्कार करना, एक दबी है इस्लाम दे विच दफनाया जाता है, एक ना कुत्ते खां है, एक ऐसे शरीर ने जिन्होंने पशु संभालते हैं, कुत्ते वगैरह खा जाते हैं। एक पानी विच उसटी है, पानी दे विच बहा दिता जाता है। बहुते महापुरुष कहते हैं साडे शरीर नूं पानी दे विच बहा देना। एक भी फिर हसन पाहे, एक फिर हसन भाव के परसियन लोग या पारसी लोग एक जाल बिछा के उस दे विच खट्टे दे विच बॉडी नूं रख देंदे ने, पशु पंछी आके खा लेंदे ने। महाराज आखदे ने कि एक दज है, एक दबी है, एक ना कुत्ते खा है, एक पानी विच उसटी है, एक पी फिर हसन पाए, नानक एव ना जापे कित्थे जाए समाए। ये शरीर की एक क्रिया है, संभालन का ढंग है, इस दे नाल आत्मा का कोई संबंध नहीं है। पर इस्लाम ये गल मनदा है कि जदों शरीर विचों आत्मा निकल जाए, उन्होंने दफनाया जाता है, फिर एक खास दिहाड़े मुहम्मद साहब उन्होंने रूहां नूं नाल लैके जाते हैं, उदों तक वो दफन रहिंदियां ने। बाबा नानक आखन लगे मिट्टी मुसलमान की, मुसलमान का शरीर ते मिट्टी जड़ी है पेड़े पे घुमियार, घुमियार गया उतों मिट्टी पुट के लैके आया जिथे वो दफनाया गया सी। उन्हें आके मिट्टी नूं कुटिया, मिट्टी नूं गारा बनाया, भांडे बनाए, घड़े बना लिए, इट्टां बना लियां। फिर अगला कर्म उदा होंदा है कि आवे दे उपर चढ़ के अग लगांदा है, अग लगी फिर उसनों महाराज आखन लगे अग उत्ते बच ही नहीं सकिया कि मिट्टी मुसलमान की पेड़ है पे घुमियार, घड़ पांडे इट्टां कियां जल्दी करे पुकार, जल जल रोवे बपड़ी, झड़ झड़ पवे अंगियार, नानक जिन करता है कारण किया सो जाने करता, वो मालिक जानता है। राम राय जी इतों थिड़क गए तो आखन लगे लिखारी को गलती हुई है। पंक्ति है मिट्टी बेईमान की, हर एक धर्म के बेईमान होंदे ने, मुसलमान की गल नहीं है, ये बेईमान की गल है। सतगुरु महाराज को पता लगा तो उन्होंने आख्या कि राम राय को कह दियो जिधर मुख है उधर चला जाए, अज तो बाद साडा उहदे नाल कोई संबंध नहीं है। साध संगत खून का रिश्ता है, अपना जाया होया साहिबजादा है महाराज का, पर महाराज ने प्रवान नहीं किया, बाणी नूं सिरमोर रखिया। महाराज ने एक बाणी का लफ्ज बदलिया सी ते महाराज ने अपने साहिबजादे नूं अपने तो दूर कर दिता ते सारा जीवन राम राय नूं मुख नहीं लाया। राम राय ने गुरुद्वारा मजनू का टीला जिहड़ा गुरुद्वारा साहब है तकरीबन 72 करामातां तक करके दिखाइयां सन। धन गुरु हर राय सच्चे पातशाह महाराज ने अपने जीवन काल दे विच भावें जंगां नहीं सन लड़ियां, पर गुरुदेव पातशाह के 2200 घुड़ सवार महाराज ने रखे हो सन। फौज एक मुकम्मल तैयार सी। ते पुरातन स्रोत ये आखते हैं कि महाराजा रणजीत सिंह भावें उसने पंजाब तो बाद काबल कंधार तक जाके अपना राज कायम किया, सिखां दा बादशाह होया है महाराजा रणजीत सिंह। उसने एक फौज रखी सी जिसका नाम सी डेरा गुरु हर राय साहब। जदों महाराजा रणजीत सिंह लगता सी कि मेरी फौज हुण नहीं जित सकती, तो फिर वो डेरा गुरु हर राय साहब सच्चे पातशाह नाम की जिहड़ी फौज सी उसनों भेजदा सी ते तां जाके उसनों जित प्राप्त होंदी सी। धन गुरु हर राय सच्चे पातशाह महाराज की केवल एक गल करके मैं समाप्ति करा। महाराज सतगुरु पातशाह की बाणी के नाल जुड़े हुए ते धन सतगुरु महाराज जदों भाई गोंदा महाराज के दरबार दे आया, गुरुदेव पातशाह के चरनां बेनती की, पातशाह
मेरा मन नहीं करता मैं घर जाके घर चला जावां, क्योंकि आप जी के चरणों दे च रह के मेरा ध्यान बड़ा लगता है। महाराज आखन के गुरु हर जगह हाजर नाजर है, परमात्मा हर जगह हाजर नाजर है। जिथे भी तुसी ध्यान करोगे मालिक के चरणों दे तुहाड़ा ध्यान जुड़ जाया करेगा। भाई गोंदा जो काबल रहिंदे सन, ਅੰਮ੍ਰਿਤ ਵੇਲੇ महाराज के चरणों के नाल जपजी साहब का पाठ शुरू किया, चरणों नाल जुड़ गए। भाई साहब भाई संतोख सिंह जी ये लिखते ने कि सवेर तो दोपहर हो गई, महाराज कीरतपुर की धरती उपर ने, गोंदा काबल की धरती उपर है। तो सिखा ने आके बेनती की, पातशाह लंगर प्रशाद तैयार है। भाई भाना जी जिमें असी भी गुरु के चरणों के प्रशाद रख के अरदास करते हैं, फिर प्रशाद संगत वरताया जाता है। भाई भाना जी ने बेनती की, महाराज नेत्र खुलते सन फिर बंद कर लेंदे सन। कुछ समय बाद महाराज ने हाथ उच्चा करके आख्या, सिखा तू निहाल, तू निहाल, तू निहाल, तू निहाल हो गए। सिखा ने आख्या, महाराज की गल है, सवेर तू आप जी अखां बंद करके बैठे हो। महाराज आखन के, भाई गोंदे ने साडे चरण पकड़े हुए सन, चरणों के नाल जुड़िया होया सी, महाराज की बाणी के नाल जुड़े हुए। तो महाराज की बाणी के एक कामल ये ताकत है कि जिथे वो दुनियावी कारज सवारती है, वो परमार्थ का राह भी जीव का सुखला कर देंदी है। एक जोगी ने धन गुरु अमरदास महाराज के चरणों में बेनती की, जो पहुंचा सी ना गुरु अमरदास महाराज के चरणों के विच महाराज बाणी पढ़ रहे सन। तो सिखा ने आख्या कि जोगी जी तुसी कुछ पल विश्राम करो, महाराज बाणी पढ़ रहे हैं। वो हस पिया, आखन लगा सिख बाणी पढ़न समझ आती है, गुरु भी बाणी पढ़ रहे हैं, अजय गुरु भी अभ्यास कर रहे हैं, अजय गुरु नूं भी लोड़ है। सिख कुछ नहीं बोले। कुछ समय बाद महाराज आए। सिख ने बेनती की, महाराज ये जोगी का सवाल है। सतगुर आखन लगे, जोगी जी की कहना चाहते हो? वो आखन लगा, पातशाह सिख बाणी पढ़न, श्रद्धालु बाणी पढ़न समझ आती है, अजय गुरु भी बाणी पढ़ रहा है, गुरु नूं भी बाणी की लोड़ है। सच्चे पातशाह आखन लगे, जोगी जी जे पहाड़ खोदन लगिए, पहाड़ दे विचों कीमती जवाहरत निकलन लग जान तो मनुख की करता है? वो आखते हैं कि फिर तो होर खोदना चाहिए, क्योंकि पहाड़ अजे मुकम्मल खोदिया नहीं गया। महाराज आखने तुहाडे सवाल का जवाब यही है जो बाबा नानक आखते हैं कि मत विच रतन जवाहर माणिक, जे एक गुर की सिख सुनी गुरा, एक दे बुझाई सबना जियां का एक दाता, सो मैं विसर ना जाई। वो मालिक विसरे ना। फिर मत विच कीमती रतन जवाहर उपज पैंदे ने, भाव के गुणा रूपी मालिक के नाम रूपी जवाहर माणिक उपज पैंदे ने, जे गुरु की सिख सुन ली जाए। साध संगत अज धन गुरु हर राय सच्चे पातशाह महाराज का पावन गुरपुरब मना रहे हैं। गुरुदेव पातशाह का बाणी पढ़ के उन्होंने इतिहास के नाल जिथे असी पावन गुरपुरब मनाना है, उत्थे अज भावें असी इस काम तो अविसले हाँ, पर असल देखा जाए तो पर्यावरण दिवस जिहड़ा है वो धन गुरु हर राय सच्चे पातशाह महाराज तो शुरू होया। मैं पिछले दीवाना दे जी बेनती की कि भावें फस्ट एड का जिसनूं असी आख दिंदे हाँ कि ये मदर टेरेसा तो शुरू होया है, पर असल दे विच भाई कन्हैया जी धन गुरु कलगीधर पातशाह महाराज के समय तो ये रैड क्रॉस का जो असल दे विच प्रथा सी ये शुरू हुई सी। ते धन गुरु हर राय सच्चे पातशाह महाराज की रहमत हुई, पर्यावरण के उपर उन्होंने बड़ा काम किया। उपराला करो कि अपने जीवन के विच अज के दिन घट तो घट एक दरख्त असी अपने घर के विच भावें गमले रूप दे विच लगाइए। मैं समझदा कि इस ढंग के नाल गुरु महाराज दीआं खुशियां, क्योंकि धन गुरु नानक सच्चे पातशाह महाराज ने पवन गुरु पानी पिता माता धरत महत की गल की, उसे गल नूं धन गुरु हर राय सच्चे पातशाह धन गुरु कलगीधर पातशाह कर रहे ने। महाराज के पावन बचनों के उपर पहरा दिए बोलदियां बेअंत भुल्लां, गुरु समर्थ है संगत बख्शण जोग है, बख्श देना आखो प्यार नाल। वाहिगुरू जी का खालसा वाहिगुरू जी की
ਫਤਿਹ।